ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇੱਕ ਬਹੁਤ ਹੀ ਪਿਆਰਾ ਸ਼ਬਦ ਆ ਜਿਹੜਾ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ ਸਾਰਿਆਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਆ ਤੇ ਉਹ ਸਮਝਾ ਰਹੇ ਕਿ ਜੇ ਸੱਚਮੁੱਚ ਦੇ ਸੰਨਿਆਸੀ ਕਿਸੇ ਨੇ ਬਣਨਾ ਹੈ ਨਾ ਤੇ ਉਹ ਇੱਦਾਂ ਬਣੋ। ਤੇ ਬਹੁਤ ਸਾਰੀਆਂ ਗੱਲਾਂ ਸਮਝਾ ਰਹੇ ਵਿੱਚ ਤੇ ਕਹਿ ਰਹੇ ਰਾਗ ਰਾਮਕਲੀ ਦੇ ਵਿੱਚ ਆ ਪਾਤਸ਼ਾਹੀ 10ਵੀਂ, ਰਾਗ ਰਾਮਕਲੀ ਪਾਤਸ਼ਾਹੀ 10ਵੀਂ। ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿ ਰਹੇ ਰੇ ਮਨ ਐਸੋ ਕਰ ਸੰਨਿਆਸਾ, ਕਿ ਤੂੰ ਸੰਨਿਆਸ ਜੇ ਸੰਨਿਆਸੀ ਬਣਨਾ ਹੈ ਨਾ ਤੇ ਮਨ ਨੂੰ ਐਸਾ ਸੰਨਿਆਸੀ ਬਣਾ ਕਿ ਬਨ ਸੇ ਸਦਨ ਸਬੈ ਕਰ ਸਮਝੋ। ਬਨ ਮਤਲਬ ਜੰਗਲ ਜਾਂ ਉਜਾੜ, ਬਨ ਸੇ ਸਦਨ ਸਬੈ ਕਰ ਸਮਝੋ। ਭਾਵ ਤੇਰੇ ਕੋਲ ਕਿੰਨੇ ਵੀ ਐਸ਼ੋ ਆਰਾਮ ਹੋਣ, ਸੋਹਣੇ ਘਰ, ਸੋਹਣੀਆਂ ਗੱਡੀਆਂ, ਕੁਛ ਵੀ ਹੋਵੇ, ਤੇਰੇ ਕੋਲ ਜਿਉਣ ਲਈ ਜ਼ਿੰਦਗੀ ਦਾ ਹਰ ਸਾਧਨ ਹੋਵੇ, ਸਭ ਕੁਛ ਹੋਵੇ, ਕਹਿੰਦੇ ਫਿਰ ਵੀ ਤੂੰ ਇਹਨੂੰ ਐਡਾ ਆਪਣੇ ਦਿਮਾਗ ਤੇ ਇਹਨੂੰ ਵੱਡਾ ਨਾ ਬਣਾ, ਇਹਨੂੰ ਉਜਾੜ ਸਮਝ। ਬਨ ਸੇ ਸਦਨ ਸਬੈ ਕਰ ਸਮਝੋ। ਜਿਵੇਂ ਹੁੰਦਾ ਨਾ ਕਿ ਸਭ ਕੁਛ ਪਾ ਕੇ ਵੀ ਨਿਰਲੇਪ ਰਹਿਣਾ, ਉਸ ਚੀਜ਼ ਤੋਂ ਨਿਰਲੇਪ ਰਹਿਣਾ, ਕਿਉਂਕਿ ਕੱਲ੍ਹ ਨੂੰ ਜੇ ਚਲੀਆਂ ਵੀ ਜਾਣ ਤਾਂ ਕੋਈ ਉਦਾਸੀ ਨਾ ਹੋਵੇ। ਜਿਵੇਂ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਹੈ ਨਾ, ਜਦੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਸੀਗੇ, ਅਨੰਦਪੁਰ ਸਾਹਿਬ ਆਪਣੇ ਘਰ ਦੇ ਵਿੱਚ ਸੀਗੇ, ਕਿੰਨੀਆਂ ਰੌਣਕਾਂ, ਵਧੀਆ ਖਾਣ ਪੀਣ, ਸਭ ਕੁਛ ਹੈ ਨਾ, ਕੀਰਤਨ ਦੇ ਨਜ਼ਾਰੇ, ਸਾਰਾ ਕੁਛ ਸੀਗਾ, ਐਸ਼ੋ ਆਰਾਮ। ਤੇ ਉਦੋਂ ਵੀ ਕੋਈ ਦਿੱਕਤ ਨਹੀਂ ਸੀ, ਪਰ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਸੀਗੇ ਉਦੋਂ ਵੀ ਵਾਹਿਗੁਰੂ ਦੀ ਉਸਤਤ ਦੇ ਵਿੱਚ ਉਹਨਾਂ ਨੇ ਬਾਣੀ ਉਚਾਰੀ ਹੈ ਨਾ। ਤੇ ਉਹੀ ਗੁਰੂ ਸਾਹਿਬ ਇੱਥੇ ਸਮਝਾ ਰਹੇ ਕਿ ਚੀਜ਼ ਨੂੰ ਮਾਣ ਕੇ ਵੀ ਉਸ ਤੋਂ ਨਿਰਲੇਪ ਰਹਿਣਾ ਸਿੱਖ। ਤਾਂ ਕਹਿ ਰਹੇ ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਕਿ ਮਨ ਦੇ ਵਿੱਚ ਉਦਾਸੀ ਲੈ ਕੇ ਆ। ਉਦਾਸੀ ਦਾ ਭਾਵ ਨਿਰਾਸ਼ਾ ਨਹੀਂ, ਜਿਹੜੀ ਆਪਾਂ ਉਦਾਸੀ ਸਮਝਦੇ ਹਾਂ ਨਾ, ਉਹ ਵਾਲੀ ਉਦਾਸੀ ਦੀ ਗੱਲ ਨਹੀਂ ਕੀਤੀ। ਕਿਸੇ ਚੀਜ਼ ਤੋਂ ਉਦਾਸ ਹੋ ਜਾਣਾ ਭਾਵ ਉਹਦੀ ਪਕੜ ਤੋਂ ਬਾਹਰ ਹੋ ਜਾਣਾ, ਉਹਦੀ ਗੁਲਾਮੀ ਤੋਂ ਬਾਹਰ ਹੋ ਜਾਣਾ। ਗੁਲਾਮੀ ਇਨ ਦਾ ਸੈਂਸ, ਮੰਨ ਲਓ ਅੱਜ ਕੋਈ ਬਹੁਤ ਸੋਹਣੀ ਗੱਡੀ ਸਾਡੇ ਕੋਲ ਹੈਗੀ ਹੈ ਨਾ, ਤੇ ਜੇ ਤਾਂ ਅਸੀਂ ਉਹਦੀ ਗੁਲਾਮੀ 'ਚ ਹਾਂ, ਜੇ ਤਾਂ ਅਸੀਂ ਉਹਦੇ ਮੋਹ 'ਚ ਹਾਂ, ਉਹਦੀ ਪਕੜ 'ਚ ਹਾਂ, ਫਿਰ ਜੇ ਉਹ ਕੱਲ੍ਹ ਨੂੰ ਨਹੀਂ ਰਹੂਗੀ ਤਾਂ ਸਾਨੂੰ ਬਹੁਤ ਦੁੱਖ ਲੱਗੂਗਾ, ਸਾਨੂੰ ਗੁੱਸਾ ਆਊਗਾ, ਸਾਨੂੰ ਨਿਰਾਸ਼ਤਾ ਹੋਊਗੀ, ਗਿਲੇ ਸ਼ਿਕਵੇ 'ਚ ਪਵਾਂਗੇ, ਜੈਲਸੀ ਫੀਲ ਹੋਊਗੀ, ਕਿਸੇ ਦੀ ਗੱਡੀ ਦੇਖ ਕੇ ਜੈਲਸੀ ਫੀਲ ਹੋਊਗੀ। ਪਰ ਜੇ ਅਸੀਂ ਉਹਦੀ ਪਕੜ 'ਚ ਨਹੀਂ ਹਾਂ, ਜੇ ਅਸੀਂ ਉਹਦੀ ਗੁਲਾਮੀ 'ਚ ਨਹੀਂ ਹਾਂ, ਜੇ ਸਬਰ 'ਚ ਹਾਂ, ਸੰਤੋਖ 'ਚ ਹਾਂ, ਉਹਦੇ ਸ਼ੁਕਰਾਨੇ 'ਚ ਹਾਂ ਕਿ ਗੁਰੂ ਸਾਹਿਬ ਤੁਸੀਂ ਜਦੋਂ ਤੱਕ ਦਿੱਤੀ ਹੋਈ ਆ, ਤੁਹਾਡਾ ਬਹੁਤ ਸ਼ੁਕਰਾਨਾ, ਮੈਂ ਦੇਣ ਨਹੀਂ ਦੇ ਸਕਦਾ ਇਸ ਚੀਜ਼ ਦਾ, ਪਰ ਜੇ ਨਹੀਂ ਵੀ ਰਹੂਗੀ ਤਾਂ ਵੀ ਕੋਈ ਗੱਲ ਨਹੀਂ, ਹੈ ਨਾ। ਆਪਾਂ ਕਹਿੰਦੇ ਆ ਨਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੈ ਨਾ। ਉਹਦੇ 'ਚ ਚੀਜ਼ਾਂ ਵੀ ਆ ਜਾਂਦੀਆਂ, ਉਹਦੇ 'ਚ ਇਨਸਾਨ ਵੀ ਆ ਜਾਂਦੇ ਆ। ਕੱਲ੍ਹ ਨੂੰ ਹੁਣ ਅੱਜ ਜੋ ਸਾਡੇ ਨਾਲ ਹੈਗੇ ਆ, ਕੱਲ੍ਹ ਨੂੰ ਉਹ ਨਹੀਂ ਹੋਣਗੇ,
ਹੈ ਨਾ। ਇਹ ਇਸ ਸ੍ਰਿਸ਼ਟੀ ਦਾ ਰੂਲ ਆ, ਕੁਦਰਤ ਦਾ ਇਹ ਸਿਸਟਮ ਆ। ਉਹ ਚਾਹੇ ਇਨਸਾਨ ਹੋਣ, ਚਾਹੇ ਉਹ ਚੀਜ਼ਾਂ ਹੋਣ, ਜੋ ਅੱਜ ਸਾਡੇ ਕੋਲ ਹੈਗਾ ਆ, ਹੋ ਸਕਦਾ ਕੱਲ੍ਹ ਨੂੰ ਉਹ ਨਹੀਂ ਹੋਵੇ, ਅਤੇ ਉਸ ਚੀਜ਼ ਤੋਂ ਉਪਰਾਮ ਰਹਿਣਾ ਆ, ਉਦਾਸ ਰਹਿਣਾ ਆ, ਉਸ ਤੋਂ ਨਿਰਲੇਪ ਰਹਿਣਾ ਆ, ਹਰ ਰੰਗ ਮੰਨਣਾ ਆ ਜਦੋਂ ਤੱਕ ਉਹਨੇ ਦਿੱਤਾ ਆ। ਬਸ ਨਹੀਂ ਰਹੂਗਾ ਤਾਂ ਕੋਈ ਗੱਲ ਨਹੀਂ, ਜਦੋਂ ਸੀਗਾ ਉਦੋਂ ਸੀਗਾ, ਨਹੀਂ ਆ ਤਾਂ ਨਹੀਂ ਆ। ਅਤੇ ਬੜੀ ਸੋਹਣੀ ਜਾਚ ਗੁਰੂ ਸਾਹਿਬ ਸਿਖਾ ਰਹੇ ਕਿ ਤੂੰ ਸੱਚਮੁੱਚ ਹੀ ਜੰਗਲਾਂ 'ਚ ਨਾ ਚਲਾ ਜਾ, ਸਾਰੇ ਸੁੱਖ ਮਾਣ ਕੇ ਵੀ ਖੁਦ ਨੂੰ ਐਸੀ ਇਕਾਂਤ ਦੇ ਵਿੱਚ ਸਮਝ ਜਿੱਥੇ ਤੈਨੂੰ ਸੱਚਾਈ ਦਾ ਪਤਾ ਹੈ, ਜਿੱਥੇ ਤੂੰ ਭਰਮ 'ਚ ਨਹੀਂ ਆ। ਫਿਰ ਤੂੰ ਘਰ ਬਹਿ ਕੇ ਵੀ ਸੰਨਿਆਸੀ ਆ। ਜਦੋਂ ਅਸੀਂ ਕਿਸੇ ਚੀਜ਼ ਦੀ ਪਕੜ 'ਚ ਨਹੀਂ ਰਹਿੰਦੇ, ਜਦੋਂ ਕਿਸੇ ਚੀਜ਼ ਦੀ ਗੁਲਾਮੀ 'ਚ ਨਹੀਂ ਰਹਿੰਦੇ, ਫਿਰ ਅਸੀਂ ਉੱਥੇ ਰਹਿ ਕੇ ਵੀ ਉੱਥੇ ਨਹੀਂ ਆ, ਹੈ ਨਾ। ਜਿਵੇਂ ਗੁਰੂ ਸਾਹਿਬ ਨੇ ਕਈ ਵਾਰੀ ਕਮਲ ਦੇ ਫੁੱਲ ਦੀ ਐਗਜ਼ਾਮਪਲ ਦਿੱਤੀ ਕਿ ਚਿੱਕੜ 'ਚ, ਹੈ ਨਾ, ਉਹ ਕਿੱਦਾਂ ਚਿੱਕੜ 'ਚ ਉੱਗਦਾ ਆ ਪਰ ਉਸ ਤੋਂ ਨਿਰਲੇਪ ਰਹਿੰਦਾ ਆ। ਇਹ ਵੀ ਉਹੀ ਚੀਜ਼ ਆ। ਫਿਰ ਅੱਗੇ ਕਹਿੰਦੇ, ਜਤ ਕੀ ਜਟਾ ਜੋਗ ਕੋ ਮਜਨ, ਨੇਮ ਕੇ ਨਖੁਨ ਬੜਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਕਹਿੰਦੇ ਜਤ ਕੀ ਜਟਾ ਜੋਗ ਕੋ ਮਜਨ। ਹੁਣ ਜੋਗੀ ਜਟਾਵਾਂ ਬਣਾ ਲੈਂਦੇ, ਹੈ ਨਾ, ਸਿਰ ਨਹੀਂ ਵਾਹੁਣਾ, ਜਟਾਵਾਂ ਬਣ ਗਈਆਂ, ਵੇਸ ਹੋ ਗਿਆ ਸਾਧੂ ਟਾਈਪ, ਪਰ ਮਨ ਨੂੰ ਨਹੀਂ ਸੋਧਿਆ। ਜਤ ਕੀ ਜਟਾ ਭਾਵ ਆਪਣੀ ਰੂਹ ਨੂੰ ਪਾਕ ਰੱਖ। ਜੇ ਤੇਰੇ ਅੰਦਰ ਹੀ ਕਾਮ ਚੱਲ ਰਿਹਾ ਹੈ ਨਾ, ਤੇਰੀਆਂ ਜਟਾਵਾਂ ਦਾ ਉਹ ਤਾਂ ਫਿਰ ਪਹਿਰਾਵਾ ਹੀ ਆ, ਹੈ ਨਾ। ਤੇ ਗੁਰੂ ਸਾਹਿਬ ਕਹਿ ਰਹੇ, ਜਤ ਕੀ ਜਟਾ ਜੋਗ ਕੋ ਮਜਨ, ਨੇਮ ਕੇ ਨਖੁਨ ਵਢਾਓ। ਭਾਵ ਇਹ ਜਟਾਵਾਂ ਵਧਾਉਣ ਨਾਲ ਕੁਛ ਹਾਸਲ ਨਹੀਂ ਹੋਣਾ, ਆਪਣੀ ਰੂਹ ਨੂੰ ਪਾਕ ਰੱਖ। ਇਹ ਅਸਲੀ ਤੇਰਾ ਕਾਰਜ ਹੋਊਗਾ। ਫਿਰ ਕਹਿੰਦੇ ਜੋਗ ਕੋ ਮਜਨ, ਨੇਮ ਕੇ ਨਖਨ ਵਢਾਓ। ਮਜਨ ਭਾਵ ਤੂੰ ਇੰਨਿਆਂ ਤੀਰਥਾਂ 'ਤੇ ਹਰ ਸਾਲ ਜਾਂਦਾ ਆ, ਸਿਰਫ ਉੱਥੇ ਜਾ ਕੇ ਤੂੰ ਇਹ ਸਮਝਦਾ ਹੈ ਕਿ ਮੈਂ ਫਲਾਣੀ ਨਦੀ 'ਚ ਨਹਾਊਂਗਾ ਤਾਂ ਤੇਰੇ ਪਾਪ ਕੱਟੇ ਜਾਣਗੇ, ਹੈ ਨਾ, ਤੂੰ ਮੁਕਤ ਹੋ ਜਾਏਗਾ। ਪਰ ਗੁਰੂ ਸਾਹਿਬ ਕਹਿੰਦੇ ਜੋਗ ਕੋ ਮਜਨ ਭਾਵ ਭਗਤੀ ਕਰ, ਆਪਣੇ ਮਨ ਨੂੰ ਸਾਧ, ਆਪਣੇ ਮਨ ਨੂੰ ਸੋਧ, ਪਾਕ ਹੋ। ਉਹ ਤੇਰਾ ਅਸਲੀ ਇਸ਼ਨਾਨ ਆ, ਉਹ ਤੇਰਾ ਅਸਲੀ ਮਜਨ ਆ। ਫਿਰ ਕਹਿੰਦੇ ਨੇਮ ਕੇ ਨਖ ਨੂੰ ਵਢਾਓ। ਕਹਿੰਦੇ ਤੂੰ ਸੰਨਿਆਸੀ ਹੋ ਗਿਆ, ਤੇਰੇ ਨਹੁੰ ਕਿੱਡੇ ਕਿੱਡੇ ਵਧੇ ਆ, ਤੂੰ ਆਪਣੀ ਬੋਡੀ ਵੱਲ ਧਿਆਨ ਨਹੀਂ ਦੇ ਰਿਹਾ। ਪਰ ਉਹ ਕਹਿੰਦੇ ਨੇਮ ਕੇ ਨਖ ਨੂੰ ਵਢਾਓ ਭਾਵ ਆਪਣਾ ਨੇਮ ਵਧਾ, ਆਪਣਾ ਸਿਮਰਨ ਵਧਾ, ਬਾਣੀ ਦੇ ਨੇਮ ਵਧਾ। ਜੇ ਵਧਾਉਣਾ ਹੈ ਤਾਂ ਨੇਮ ਵਧਾ। ਇਹ ਵਾਲਾ ਪਹਿਰਾਵੇ ਦੇ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰ ਕਿ ਹਾਂ ਕਿਸੇ ਨੂੰ ਦੇਖ ਕੇ ਲੱਗੇ ਕਿ ਹਾਂ ਇਹ ਬਹੁਤ ਮਹਾਂਪੁਰਸ਼ ਆ। ਪਰ ਕਹਿੰਦੇ ਜੇ ਤੂੰ ਅੰਦਰੋਂ ਖਾਲੀ ਆ, ਅੰਦਰ ਕੁਛ ਵੀ ਨਹੀਂ ਆ, ਤਾਂ ਤੇਰਾ ਪਹਿਰਾਵਾ ਕਿਸ ਕੰਮ ਆ। ਕਹਿੰਦੇ ਨੇਮ ਕੇ ਨਖ ਨੂੰ ਵਢਾਓ, ਫਿਰ ਤੂੰ ਅਸਲੀ ਸਾਧੂ ਆ, ਫਿਰ ਤੂੰ ਅਸਲੀ ਸੰਨਿਆਸੀ ਆ। ਫਿਰ ਕਹਿੰਦੇ ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਕਹਿੰਦੇ ਗਿਆਨ ਗੁਰੂ ਆਤਮ ਉਪਦੇਸੋ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਕਿ ਗੁਰੂ ਤੋਂ ਗਿਆਨ ਲੈ ਕੇ ਆਪਣੀ ਆਤਮਾ ਨੂੰ ਉਪਦੇਸ਼ ਦੇ
ਹੈ ਨਾ। ਆਪਣੇ ਮਨ ਨੂੰ ਸਮਝਾ, ਆਪਣੀ ਆਤਮਾ ਨੂੰ ਸਮਝਾ, ਗੁਰੂ ਤੋਂ ਉਪਦੇਸ਼ ਲੈ ਕੇ, ਗੁਰੂ ਤੋਂ ਗਿਆਨ ਲੈ ਕੇ ਆਪਣੇ ਮਨ ਨੂੰ ਸਮਝਾ। ਗਿਆਨ ਗੁਰੂ ਆਤਮ ਉਪਦੇਸੋ। ਤੇ ਪਿਆਰਿਓ, ਇਹ ਸਭ ਜਪਣ ਨਾਲ ਹੀ ਹੋਣਾ। ਜਦੋਂ ਤੱਕ ਜਪਾਂਗੇ ਨਹੀਂ, ਗੁਰੂ ਸਤਿਗੁਰੂ ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਹੈ। ਹੁਣ ਬਾਹਰੋਂ ਕਿਤੋਂ ਨਹੀਂ ਮਿਲਣਾ। ਸਤਿਗੁਰ ਤੇ ਖਾਲੀ ਕੋ ਨਹੀਂ। ਜਿੰਨਾ ਜਪਾਂਗੇ, ਜਿੰਨੀ ਬਾਣੀ ਪੜ੍ਹਾਂਗੇ, ਗੁਰਸਿੱਖਾਂ ਦੀ ਸੰਗਤ ਕਰਾਂਗੇ। ਗੁਰਸਿੱਖਾਂ ਦੀ ਸੰਗਤ ਸਿਰਫ ਗੁਰਦੁਆਰੇ ਵਾਲੀ ਨਹੀਂ। ਹੁਣ ਜਿਵੇਂ ਆਹ ਵਿਚਾਰ ਚੱਲ ਰਹੇ ਨੇ, ਹੈ ਨਾ, ਜੇ ਮੈਂ ਕਿਸੇ ਨੂੰ ਸੁਣ ਰਿਹਾ ਹਾਂ ਜਾਂ ਤੁਸੀਂ ਕਿਸੇ ਨੂੰ ਸੁਣ ਰਹੇ ਹੋ, ਇਹ ਵੀ ਸੰਗਤ ਆ। ਭਾਵ ਇਹਦੇ 'ਚ ਮੈਂ ਜਾਂ ਤੁਸੀਂ ਨਹੀਂ ਹੁੰਦਾ, ਇਹਦੇ 'ਚ ਗੁਰੂ ਹੀ ਹੁੰਦਾ ਕਿ ਗੁਰੂ ਤੋਂ ਕੁਛ ਆ ਰਿਹਾ, ਹੈ ਨਾ। ਆਪਾਂ ਸਿਰਫ ਇੱਕ ਵੇ ਕਹਿ ਲਓ, ਕੁਛ ਵੀ ਕਹਿ ਸਕਦੇ ਹੋ, ਕੋਈ ਜ਼ਰੀਆ ਕਹਿ ਲਓ, ਹੈ ਨਾ, ਪਰ ਆ ਤਾਂ ਉਹਦੇ ਤੋਂ ਹੀ ਰਿਹਾ ਆ। ਅਤੇ ਜਿੱਥੋਂ ਵੀ ਸੋਹਣੇ ਵਿਚਾਰਾਂ ਵਾਲੀ ਸੰਗਤ ਮਿਲ ਰਹੀ ਆ, ਉਹ ਅਸਲ 'ਚ ਤੁਹਾਡੀ ਸੰਗਤ ਆ। ਹੋ ਸਕਦਾ ਤੁਸੀਂ ਗੁਰਦੁਆਰੇ ਜਾ ਕੇ ਵੀ ਬੈਠੋ, ਸਭ ਕੁਛ ਕਰੋ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਬੁਰੀ ਸੰਗਤ 'ਚ ਤੁਸੀਂ ਫਸ ਜਾਂਦੇ ਹੋ, ਕਿਤੇ ਬਾਹਰੋਂ ਵੀ, ਹੈ ਨਾ। ਉੱਥੋਂ ਬਚੋ। ਅਸਲੀ ਸੰਗਤ ਸਮਝੋ ਕਿੱਥੇ ਆ। ਉਹ ਤੁਹਾਡੀਆਂ ਅੱਖਾਂ ਸੰਗਤ ਬਣਨਗੀਆਂ ਜਦੋਂ ਬਾਣੀ ਪੜ੍ਹੋਗੇ, ਨਾਮ ਜਪੋਗੇ। ਤੁਸੀਂ ਖੁਦ ਹੀ ਇੱਕ ਸੰਗਤ ਬਣਦੇ ਜਾਣਾ ਆਪਣੇ ਆਪ 'ਚ। ਅਤੇ ਜਦੋਂ ਕੋਈ ਸੋਹਣੀ ਗੱਲ ਸੁਣੋਗੇ ਕਿਸੇ ਗੁਰਸਿੱਖ ਤੋਂ, ਜ਼ਰੂਰੀ ਨਹੀਂ ਕਿ ਉਹਦੇ ਕੋਲ ਬੈਠ ਕੇ ਹੀ, ਹੈ ਨਾ। ਜਿਵੇਂ ਅੱਜ ਕੱਲ੍ਹ ਔਨਲਾਈਨ ਵੀ ਕਿੰਨਾ ਕੁਛ ਆਉਂਦਾ ਆ। ਗੁਰੂ ਸਾਹਿਬ ਕਿੰਨੀ ਸੋਹਣੀ ਸੰਗਤ ਬਖਸ਼ਦੇ ਆ ਆਸ-ਪਾਸ। ਜਿੱਥੋਂ ਤੁਹਾਨੂੰ ਪਿਆਰੀ ਗੱਲ ਮਿਲੇ, ਜਿਹੜੀ ਗੁਰੂ ਵੱਲ ਧੱਕਾ ਮਾਰੇ, ਜਿਹੜੀ ਵਾਹਿਗੁਰੂ ਦੇ ਅੱਗੇ ਜਾ ਕੇ ਤੁਹਾਨੂੰ ਸੁੱਟੇ, ਉਹ ਗੱਲ ਸੁਣ ਲਓ, ਹਰ ਰੋਜ਼ ਸੁਣ ਲਓ, ਤਾਂ ਉਹ ਵੀ ਤੁਹਾਡੀ ਅਸਲੀ ਸੰਗਤ ਆ। ਜਾਂ ਮੈਨੂੰ ਕਹਿ ਹੀ ਦੇਣਾ ਚਾਹੀਦਾ ਕਿ ਉਹੀ ਤੁਹਾਡੀ ਅਸਲੀ ਸੰਗਤ ਹੈ। ਨਹੀਂ ਤਾਂ ਕਿਤੋਂ ਵੀ ਮਿਲਣੀ ਨਹੀਂ। ਸੋ ਕਹਿੰਦੇ ਨਾਮ ਵਿਭੂਤ ਲਗਾਓ। ਇਹ ਜੇ ਤੂੰ ਵਿਭੂਤੀ ਜੀ ਲਗਾਉਂਦਾ ਆ ਮੱਥੇ 'ਤੇ, ਇਹ ਤਾਂ ਨਕਲੀ ਆ, ਇਹ ਤਾਂ ਰਾਖ ਆ। ਨਾਮ ਵਿਭੂਤ ਲਗਾਓ। ਨਾਮ ਵਿਭੂਤ ਕਿੱਥੇ ਲੱਗੂਗੀ? ਹਿਰਦੇ 'ਚ। ਜਦੋਂ ਜਪੇਂਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਕਦੀ ਮਿਟਣੀ ਨਹੀਂ। ਉਹ ਤਾਂ ਤੈਨੂੰ ਰੋਜ਼ ਲਾਉਣੀ ਪੈਂਦੀ ਆ, ਹੈ ਨਾ। ਜਦੋਂ ਇਹ ਲੱਗ ਗਈ, ਫਿਰ ਆਪਣੇ ਆਪ ਹੀ ਚੱਲੂਗਾ। ਆਪਣੇ ਆਪ ਹਰ ਵੇਲੇ ਵਿਭੂਤ ਲੱਗੀ ਰਹੂਗੀ ਨਾਮ ਦੀ। ਫਿਰ ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹੇ ਬੋ, ਹਵੈ ਬੋ ਤ੍ਰਿਗੁਣ ਅਤੀਤ। ਕਹਿੰਦੇ ਅਲਪ ਆਹਾਰ, ਅਲਪ ਹੁੰਦਾ ਥੋੜ੍ਹਾ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਕਹਿੰਦੇ ਥੋੜ੍ਹਾ ਖਾ, ਥੋੜ੍ਹਾ ਸੌਂ, ਅਤੇ ਫਿਰ ਕਹਿੰਦੇ ਦਇਆ ਸ਼ਿਮਾ ਤਨ ਪ੍ਰੀਤ। ਭਾਵ ਦਇਆ ਅਤੇ ਖਿਮਾ ਦੀ ਪ੍ਰੀਤ 'ਚ ਰਹਿ। ਭਾਵ ਆਪਣੇ ਮਨ ਦੇ ਅੰਦਰ ਦਇਆ ਰੱਖ। ਆਪਣਾ ਦਿਲ, ਆਪਣਾ ਹਿਰਦਾ ਇੰਨਾ ਵੱਡਾ ਰੱਖ ਕਿ ਤੇਰੇ 'ਚ ਇੰਨੀ ਪਾਵਰ ਹੋਵੇ ਕਿ ਕਿਸੇ ਨੂੰ ਮਾਫ਼ ਕਰ ਸਕੇ। ਕਿਸੇ ਨੂੰ ਮਾਫ਼ ਕਰ ਸਕੇ, ਜਾਂ ਅਤੇ ਜੇ ਤੇਰੇ ਤੋਂ ਵੀ ਕੋਈ ਗਲਤੀ ਹੋਈ ਆ ਤਾਂ ਹਿਰਦਾ ਇੰਨਾ ਛੋਟਾ ਨਾ ਹੋਵੇ ਕਿ ਤੂੰ ਮਾਫ਼ੀ ਨਾ ਮੰਗ ਸਕੇ, ਹੈ ਨਾ। ਆਪਣਾ ਆਪ ਮਾਰਨਾ ਪੈਂਦਾ। ਅਤੇ ਕਹਿ ਰਹੇ ਗੁਰੂ ਸਾਹਿਬ ਜਾਚ ਦੱਸ ਰਹੇ ਜੀਵਨ ਜਿਉਣ ਦੀ। ਥੋੜ੍ਹਾ ਖਾ, ਥੋੜ੍ਹਾ ਸੌਂ, ਦਇਆ ਤੇ ਖਿਮਾ ਦੀ ਪ੍ਰੀਤ 'ਚ ਰਹਿ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਫਿਰ ਕਹਿੰਦੇ ਸੀਲ ਸੰਤੋਖ ਸਦਾ ਨਿਰਬਾਹੇ ਬੋ, ਹਵੈ ਬੋ ਤ੍ਰਿਗੁਣ ਅਤੀਤ। ਸੀਲ ਸੰਤੋਖ ਭਾਵ
ਸੀਲ ਦਾ ਅਰਥ ਮੈਨੂੰ ਇੱਥੇ ਲੱਗ ਰਿਹਾ ਸ਼ੀਤਲ, ਭਾਵ ਅੰਦਰੋਂ ਸੀਤਲਤਾ ਦਾ ਗੁਣ ਤੇਰੇ ਅੰਦਰ ਹੋਵੇ, ਸੰਤੋਖ ਦੀ ਚਾਦਰ ਹਿਰਦੇ ਤੇ ਲਪੇਟੀ ਰੱਖੀ ਹੋਵੇ ਤੇ ਹਵੈਬੋ ਤ੍ਰਿਗੁਣ ਅਤੀਤ, ਭਾਵ ਮਾਇਆ ਦੇ ਤਿੰਨਾਂ ਗੁਣਾਂ ਤੋਂ, ਮਾਇਆ ਦੇ ਤਿੰਨਾਂ ਰੰਗਾਂ ਤੋਂ ਤੂੰ ਨਿਰਲੇਪ ਹੋਵੇਂ, ਨਿਰਲੇਪ ਰਹਿ। ਹਵੈਬੋ ਤ੍ਰਿਗੁਣ ਅਤੀਤ, ਭਾਵ ਤੇਰਾ ਖਹਿੜਾ ਛੁੱਟਿਆ ਹੋਵੇ ਮਾਇਆ ਤੋਂ, ਹੈ ਨਾ। ਤੇ ਫਿਰ ਕਹਿੰਦੇ ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ ਨ ਮਨ ਮੋਹ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੈ। ਫਿਰ ਅੱਗੇ ਹੋਰ ਉਪਦੇਸ਼ ਦੇ ਰਹੇ, ਕਹਿ ਰਹੇ ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ ਨ ਮਨ ਮੈਂ ਲਿਆਵੈ, ਮਨ ਮੋਹ ਲਿਆਵੈ, ਭਾਵ ਬੁਰੇ ਵਿਚਾਰਾਂ ਤੋਂ, ਬੁਰੇ ਕਾਰਾਂ ਤੋਂ ਦੂਰ ਰਹਿ। ਤੇ ਦੂਰ ਕਿਵੇਂ ਰਹੇਗਾ? ਗੁਰੂ ਸਾਹਿਬ ਨੇ ਅੱਗੇ ਵੀ ਬਹੁਤ ਵਾਰ ਸਾਂਝ ਪਵਾਈ ਹੈ, ਵਿਕਾਰਾਂ ਤੋਂ ਛੁੱਟਣਾ ਹੈ ਤੇ ਆਪਣੀ ਸੰਗਤ ਬਦਲ ਦਿਓ, ਕਿਉਂਕਿ ਸੰਗਤ ਬਦਲਦੇ ਹੋ ਤਾਂ ਤੁਹਾਡੇ ਵਿਚਾਰ ਬਦਲਦੇ ਆ। ਜਦੋਂ ਤੱਕ ਸੰਗਤ ਨਹੀਂ ਬਦਲੀ, ਵਿਚਾਰ ਨਹੀਂ ਬਦਲਣੇ। ਤੇ ਅੱਜ ਕੱਲ੍ਹ ਸੰਗਤ ਵਰਚੁਅਲ ਸੰਗਤ ਜ਼ਿਆਦਾ ਹੈ। ਤੁਸੀਂ ਕੁਛ ਨਾ ਕਰੋ, ਸਿਰਫ ਵਰਚੁਅਲ ਸੰਗਤ ਬਦਲ ਦਿਓ, ਆਪਣੇ ਅੱਖਾਂ ਦੀ ਸੰਗਤ ਬਦਲ ਦਿਓ, ਕੰਨ ਦੀ ਸੰਗਤ ਬਦਲ ਦਿਓ, ਤੁਸੀਂ ਕੀ ਦੇਖਦੇ ਹੋ, ਕੀ ਸੁਣਦੇ ਹੋ, ਕਿਹਨਾਂ ਨਾਲ ਤੁਸੀਂ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ, ਉਹ ਲੋਕ ਬਦਲ ਦਿਓ। ਜਿਹੜੇ ਸੱਚੇ ਗੁਰਸਿੱਖ ਆ, ਪਹਿਰਾਵੇ ਵਾਲੇ ਨਹੀਂ, ਸੱਚਮੁੱਚ ਵਾਲੇ। ਜੇ ਅੰਦਰ ਤਾਂਘ ਰੱਖੋਗੇ ਨਾ, ਮਿਲ ਜਾਣੇ ਆ, ਆਪਣੇ ਆਪ ਮਿਲ ਜਾਣੇ ਆ, ਪਤਾ ਵੀ ਨਹੀਂ ਲੱਗਣਾ, ਲੱਭਣੇ ਵੀ ਨਹੀਂ ਪੈਣੇ। ਪਰ ਤੁਸੀਂ ਸੱਚਮੁੱਚ ਕਹਿਣਾ ਆ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਐਵੇਂ ਨਹੀਂ ਬਸ ਕਹਿ ਦੇਣਾ, ਸੁੱਤੇ ਸਿੱਧ ਨਹੀਂ ਕਹਿ ਦੇਣਾ, ਸੱਚਮੁੱਚ ਕਹਿ ਦੇਣਾ ਅੰਦਰੋਂ। ਜਦੋਂ ਅਰਦਾਸ ਵੀ ਹੋ ਰਹੀ ਹੁੰਦੀ ਆ ਜਾਂ ਖੁਦ ਕਰ ਰਹੇ ਹੁੰਦੇ ਹੋ ਨਾ, ਇਸ ਤੁਕ 'ਤੇ ਪੂਰਾ ਫੋਕਸ ਰੱਖ ਕੇ ਕਹਿ ਦੇਣਾ ਕਿ ਗੁਰੂ ਸਾਹਿਬ ਸੱਚਮੁੱਚ ਇਹ ਮੈਨੂੰ ਚਾਹੀਦਾ ਆ, ਇਹ ਮੈਂ ਪੜ੍ਹਨ ਲਈ ਨਹੀਂ ਪੜ੍ਹ ਲਿਆ, ਮੈਨੂੰ ਸੱਚਮੁੱਚ ਚਾਹੀਦਾ ਆ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਜਦੋਂ ਹਿਰਦੇ 'ਚੋਂ ਇਹ ਪੁਕਾਰ ਉੱਠੂਗੀ ਨਾ, ਪਤਾ ਨਹੀਂ ਲੱਗਣਾ ਕਦੋਂ ਕੋਈ ਜੁੜ ਗਿਆ ਐਸਾ ਜਿਨਨੇ ਸਿਰਫ ਨਾਮ ਦੀ ਗੱਲ ਹੀ ਕਰਨੀ ਆ। ਸੋ ਗੁਰੂ ਸਾਹਿਬ ਨੇ ਦੇ ਦੇਣਾ ਜੋ ਤੁਸੀਂ ਮੰਗਦੇ ਹੋ, ਉਹ ਦਿੰਦੇ ਆ ਰਹੇ ਆ। ਤਾਂ ਜਦੋਂ ਸੰਗਤ ਬਦਲੂਗੀ, ਵਿਚਾਰ ਬਦਲਣੇ ਸ਼ੁਰੂ ਹੋ ਜਾਣੇ। ਵਿਚਾਰ ਬਦਲਣਗੇ ਤਾਂ ਕਰਮ ਬਦਲ ਜਾਂਦੇ ਆ, ਹੈ ਨਾ। ਕਰਮ ਅਸੀਂ ਕਿੱਦਾਂ ਕਰਦੇ ਹਾਂ? ਮੰਨ ਲਓ ਮੇਰਾ ਮਨ ਕਰ ਰਿਹਾ ਉਹ ਸਾਹਮਣੇ ਕੁਰਸੀ ਪਈ ਹੈ, ਮੈਂ ਜਾ ਕੇ ਬੈਠ ਜਾਵਾਂ। ਜੇ ਮੈਂ ਇੱਥੋਂ ਉੱਠ ਕੇ ਜਾ ਕੇ ਬੈਠ ਗਿਆ ਤਾਂ ਮਤਲਬ ਕਰਮ ਕਰ ਲਿਆ ਨਾ, ਮੈਂ ਜਾ ਕੇ ਮੈਂ ਉਹਦੀ ਇੰਪਲੀਮੈਂਟੇਸ਼ਨ ਕਰਤੀ ਜੋ ਮੇਰੇ ਮਨ 'ਚ ਆਇਆ। ਪਹਿਲਾਂ ਵਿਚਾਰ ਆਇਆ ਹੈ ਨਾ ਕਿ ਤੂੰ ਜਾ, ਜੇ ਮੈਂ ਚੱਲ ਗਿਆ ਤਾਂ ਉਹ ਪੂਰੀ ਹੋ ਗਈ ਗੱਲ, ਹੈ ਨਾ, ਮੈਂ ਉਸ ਕਰਮ ਨੂੰ ਕਰ ਲਿਆ। ਪਰ ਇਹ ਵਿਚਾਰ ਕਿੱਥੋਂ ਆਇਆ ਮੈਨੂੰ, ਹੈ ਨਾ। ਇਹੀ ਸੰਗਤ ਆ। ਜੇ ਤੁਹਾਡੀ ਸੰਗਤ ਚੰਗੀ ਆ, ਵਿਚਾਰ ਵੀ ਚੰਗੇ ਆਉਣੇ ਆ, ਤੁਹਾਡੇ ਕਰਮ ਵੀ ਚੰਗੇ ਹੋ ਜਾਣੇ ਆ। ਸੋ ਜਿੱਥੇ ਵੀ ਗੱਲ ਹੋਊਗੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਦੂਰ ਜਾਣ ਦੀ ਸਭ ਤੋਂ ਪਹਿਲੀ ਸਟੇਜ ਜਿਹੜੀ ਆ, ਸੰਗਤ ਅਸੀਂ ਬਦਲ ਦੇਣੀ ਆ। ਆਪਣੇ ਆਪ ਹੀ ਇਹ ਸਭ ਬੰਦ ਹੋ ਜਾਣਾ। ਫਿਰ ਕਹਿੰਦੇ ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੈ। ਫਿਰ ਕਹਿੰਦੇ ਤਬ ਹੀ ਆਤਮ ਤਤ ਕੋ ਦਰਸੈ, ਭਾਵ ਉਹ ਜਿਹੜੀ ਖਿੱਚ, ਉਹ ਪਿਆਰ ਜਿਹੜਾ ਤੂੰ ਚਾਹੁੰਦਾ ਆ, ਜਿਹਦੇ ਲਈ ਤੂੰ ਇਸ ਸੰਸਾਰ 'ਤੇ ਆਇਆ, ਜਿਹਦੇ ਬਾਰੇ ਤੂੰ ਸਿਰਫ ਸੁਣਿਆ ਸੀ ਪਰ ਕਦੇ ਮਾਣਿਆ ਨਹੀਂ ਸੀ, ਹੈ ਨਾ। ਉਹ ਵਾਲੇ ਗੁਣਾਤਮਕ ਦਰਸ਼ਨ, ਉਹ ਵਾਲੀ ਸੋਚ, ਉਹ ਵਾਲਾ ਪਾਕ ਹਿਰਦਾ, ਉਹ ਸਭ ਤੈਨੂੰ ਜ਼ਰੂਰ ਮਿਲੂਗਾ, ਉਹਨੂੰ ਪ੍ਰਾਪਤ ਕਰ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।